ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਦੋ ਅਜਿਹੇ ਅਹਿਮ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਸਾਡੇ ਸਮਾਜ 'ਚ ਇੱਕ ਬਹੁਤ ਵੱਡਾ ਸਥਾਨ ਹੈ, ਇੱਕ ਅਹਿਮੀਅਤ ਹੈ। ਉਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ। ਇਹ ਮੁੱਦੇ ਨੇ, ਇੱਕ ਤਾਂ ਸੁਪਰੀਮ ਕੋਰਟ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਬਰਕਰਾਰ ਰੱਖਣ ਬਾਰੇ, ਤੇ ਇਸ ਦੇ ਨਾਲ ਹੀ ਬਿਜਲੀ ਐਕਟ ਦਾ ਮੁੱਦਾ ਜਿਹੜਾ ਭੜਕਿਆ, ਉਹ ਬਿਜਲੀ ਐਕਟ ਦਾ ਮੁੱਦਾ ਹੈ ਕਿ ਉਸ ਬਾਰੇ ਸਾਡੇ ਨਾਲ ਇਹਨਾਂ ਦੋਵਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਸ਼ੁਰੂਆਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ। ਤਾਂ ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਨੂੰ ਬਰਕਰਾਰ ਰੱਖਣ ਦਾ ਜਿਹੜਾ ਫੈਸਲਾ ਸੁਣਾਇਆ, ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਸੀ ਤੇ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਗਿਆ। ਇਸ ਦੇ ਨਾਲ ਹੀ ਦੂਜੀ ਗੱਲ ਇਹ ਵੀ ਆਉਂਦੀ ਹੈ, ਇਸ ਫੈਸਲੇ ਤੋਂ ਬਾਅਦ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਗੱਲ ਕਰੀਏ ਜਾਂ ਅਕਾਲੀ ਦਲ ਦੀ ਸਿਆਸਤ ਦੀ, ਤਾਂ ਦੋਵਾਂ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ, ਇਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਅਸਲ ਦੇ ਵਿੱਚ ਜਿਹੜਾ ਗੁਰਦੁਆਰਾ ਪ੍ਰਬੰਧ ਦਾ ਮਾਮਲਾ ਹੈ, ਇਹ ਆਜ਼ਾਦੀ ਤੋਂ ਪਹਿਲਾਂ ਵੀ ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਹਦੇ ਵਿੱਚੋਂ ਮੋਰਚੇ ਆਏ, ਉਹਦੇ 'ਚੋਂ ਜਿਹੜਾ ਗੁਰਦੁਆਰਾ ਐਕਟ ਬਣਿਆ ਜੀ, ਉਹਦੇ ਤਹਿਤ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਉਂਦੀ ਹੈ ਆਫੀਸ਼ੀਅਲੀ, ਅਧਿਕਾਰਤ ਤੌਰ ਤੇ ਜੀ। ਤੇ ਉਦੋਂ ਬਾਅਦ ਲਗਾਤਾਰ ਹੋਇਆ, ਫਿਰ 47 ਹੋ ਗਈ, 47 ਦੀ ਵੰਡ ਹੋ ਗਈ। ਤੇ ਪਹਿਲਾਂ ਤਾਂ ਓਵਰਆਲ ਪੁਰਾਣੇ ਪੰਜਾਬ ਦੇ ਗੁਰਦੁਆਰੇ ਵੀ ਉਹਦੇ ਵਿੱਚ ਆਉਂਦੇ ਸੀ, ਜਦੋਂ ਪਾਕਿਸਤਾਨ ਬਣ ਗਿਆ ਉਹ ਰਹਿ ਗਏ ਜੀ। ਤੇ ਇਹ ਪੰਜਾਬ ਦੀ ਅਸੈਂਬਲੀ ਦਾ ਐਕਟ ਸੀ, ਪ੍ਰੋਵਿੰਸ਼ਲ ਐਕਟ ਸੀ 1925 ਦਾ ਜਿਹੜਾ। ਪਰ ਜਦੋਂ ਇੱਧਰ ਆਏ, ਮਤਲਬ 47 ਤੋਂ ਬਾਅਦ ਦੇਸ਼ ਵੰਡਿਆ ਗਿਆ। ਦੇਸ਼ ਵੰਡਣ ਤੋਂ ਬਾਅਦ 3-4 ਸੂਬੇ ਫਿਰ 1966 ਦੇ ਵਿੱਚ ਦੁਬਾਰਾ ਵੰਡੇ ਗਏ। ਇੱਕ ਹਰਿਆਣਾ ਬਣ ਗਿਆ ਪੰਜਾਬ ਚੋਂ, ਹਿਮਾਚਲ ਯੂਟੀ ਸੀ, ਹਿਮਾਚਲ ਬਣ ਗਿਆ ਅਲੱਗ, ਜਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਰਹਿ ਗਿਆ ਯੂਟੀ ਜੀ। ਉਸ ਤੋਂ ਬਾਅਦ ਇਹ ਕਿਹਾ ਜਾਣ ਲੱਗ ਗਿਆ ਕਿ ਇਹ ਇੱਕ ਮਲਟੀ ਸਟੇਟ ਹੈ, ਬਹੁਤੀਆਂ ਸਟੇਟਾਂ ਨੇ, ਇਸ ਲਈ ਪਾਰਲੀਮੈਂਟ ਹੀ ਸਮਰੱਥ ਹੈ ਇਸ ਤੇ ਕਾਨੂੰਨ ਬਣਾਉਣ ਦੇ। ਹੁਣ ਉਹ ਪੰਜਾਬ ਦੀ ਪ੍ਰੋਵਿੰਸ਼ਲ ਅਸੈਂਬਲੀ ਨਹੀਂ ਹੈ ਜੀ। ਔਰ ਕਈ ਨੋਟੀਫਿਕੇਸ਼ਨ, ਕਈ ਐਗਜ਼ੈਕਟਿਵ ਨੋਟੀਫਿਕੇਸ਼ਨ ਜਾਂ ਐਕਟ 'ਚ ਅਮੈਂਡਮੈਂਟ ਇਹ ਪਾਰਲੀਮੈਂਟ ਰਾਹੀਂ ਜਾਂ ਕੇਂਦਰ ਦੀ ਸਰਕਾਰ ਰਾਹੀਂ ਹੋਣੇ ਸ਼ੁਰੂ ਹੋ ਗਏ ਜੀ। ਪਰ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਗੱਲ ਵੀ ਹਰਿਆਣੇ ਦੇ ਵਿੱਚੋਂ ਇੱਕ ਮੰਗ ਉੱਠੀ ਇਸ ਪੱਧਰ ਦੇ ਉੱਤੇ ਕਿ ਹਰਿਆਣੇ ਦੀ ਅਲੱਗ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਹੈ, ਔਰ ਜਦੋਂ ਸੂਬਾ ਵੱਖਰਾ ਤਾਂ ਅਲੱਗ ਹੋਵੇ। ਤਾਂ ਜਾਂਦੇ ਜਾਂਦੇ ਕਾਂਗਰਸ ਸਰਕਾਰ ਸੀ, ਭੁਪਿੰਦਰ ਸਿੰਘ ਹੁੱਡਾ ਚੀਫ ਮਿਨਿਸਟਰ ਸੀ 2014 ਦੇ ਵਿੱਚ। ਜੀ। 2014 ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਪਾਸ ਕਰਤਾ ਜੀ। ਔਰ ਉਹਦੇ 'ਚ ਕਈ ਚੀਜ਼ਾਂ ਸ਼ਾਮਿਲ ਕਰਤੀਆਂ ਇਹੋ ਜਿਹੀਆਂ ਕਿ ਹਰਿਆਣੇ ਦੇ ਟੋਟਲ ਗੁਰਦੁਆਰਿਆਂ ਤੇ ਜਿਹੜੇ ਵੀ ਉੱਥੇ ਵਿੱਦਿਆ ਦੇ ਸੰਸਥਾਨ ਨੇ, ਮੈਡੀਕਲ ਸੰਸਥਾਨ ਨੇ, ਜਿਹੜੀ ਸ਼੍ਰੋਮਣੀ ਕਮੇਟੀ ਚਲਾਉਂਦੀ ਹੈ, ਉਹਦੇ 'ਤੇ ਉਹਦਾ ਕੋਈ ਹੱਕ ਨਹੀਂ ਹੋਏਗਾ। ਹਰਿਆਣੇ ਦੀ ਨਵੀਂ ਕਮੇਟੀ ਦਾ ਉਹਦੇ 'ਤੇ ਪ੍ਰਬੰਧ ਦੇ ਵਿੱਚ ਹੱਕ ਹੋਏਗਾ ਜੀ। ਔਰ ਇਸੇ ਤਰੀਕੇ ਨਾਲ ਉਹਨਾਂ ਨੇ ਇਹ ਕਹਿਤਾ ਕਿ ਕੁਝ ਨਿਯਮ ਅਜੇ ਲਾਗੂ ਹੋਣਗੇ, ਜਦੋਂ ਇਹ ਪੂਰਾ ਸਥਾਪਿਤ ਹੋ ਗਿਆ ਫਿਰ ਉਹ ਨਿਯਮ ਵੀ ਉਹਦੇ ਹਟ ਜਾਣਗੇ 1925 ਦੇ ਐਕਟ ਦੇ ਮੁਤਾਬਕ ਜੀ। 2014 ਤੋਂ ਲੈ ਕੇ ਲਗਾਤਾਰ ਇਹ ਵਿਵਾਦਤ ਮੁੱਦਾ ਰਿਹਾ। ਬਿਲਕੁਲ। ਸ਼੍ਰੋਮਣੀ ਕਮੇਟੀ ਨੇ ਪੂਰੇ ਜ਼ੋਰ ਸ਼ੋਰ ਨਾਲ ਇਹ ਕਿਹਾ ਕਿ ਹਰਿਆਣਾ ਗਵਰਨਮੈਂਟ ਦਾ ਜਿਹੜਾ ਫੈਸਲਾ ਹੈ ਜਾਂ ਬਾਕੀ ਵਿਧਾਨ ਸਭਾ ਦਾ, ਇਹ ਸਿੱਖ ਕੌਮ ਦੇ ਵਿੱਚ ਫੁੱਟ ਪਾਉਣ ਵਾਲਾ ਹੈ, ਇਹ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਵਾਲਾ ਹੈ, ਔਰ ਇਹ ਆਲ ਇੰਡੀਆ ਜਿਹੜਾ ਗੁਰਦੁਆਰਾ ਐਕਟ 1925 ਹੈ ਜੀ, ਉਹਦੀ ਉਲੰਘਣਾ ਕਰਨ ਵਾਲਾ ਹੈ। ਇਸ ਲਈ ਇਹ ਠੀਕ ਨਹੀਂ। ਇਹਨੂੰ ਚੈਲੰਜ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਦੇ ਵਿੱਚ। ਤੇ ਹੁਣ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਹਰਿਆਣਾ ਦੀ ਵਿਧਾਨ ਸਭਾ ਕਾਨੂੰਨ ਬਣਾ ਸਕਦੀ ਹੈ ਔਰ ਇਹ ਵਾਜਬ ਕਾਨੂੰਨ ਹੈ ਜੀ। ਇਹਦੇ ਨਾਲ ਸ਼੍ਰੋਮਣੀ ਕਮੇਟੀ ਦੀ ਉਹ ਜਿਹੜੀ ਦਾਅਵੇਦਾਰੀ ਹੈ ਕਿ ਇਸ ਪੱਧਰ ਦੇ ਉੱਤੇ ਸਾਡਾ ਪੂਰਾ ਉਹ ਸਿਸਟਮ ਜਾਊਗਾ, ਉਹ ਖਤਮ ਹੋ ਗਈ ਇੱਕ ਟਾਈਪ ਦੀ। ਅੱਗੇ ਨੂੰ ਹੁਣ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣੂਗੀ, ਉਹਨਾਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ, ਉਹਨਾਂ ਦੀਆਂ ਵਿਦਿਅਕ ਸੰਸਥਾਵਾਂ, ਉਹਨਾਂ ਦੇ ਮੈਡੀਕਲ, ਕਾਫੀ ਵੱਡਾ ਮੈਡੀਕਲ ਹਸਪਤਾਲ ਵੀ ਹੈ ਜੀ ਸ਼੍ਰੋਮਣੀ ਕਮੇਟੀ ਦਾ, ਔਰ ਵੱਖ-ਵੱਖ ਜਿਹੜੇ ਕੰਮ ਉਹ ਕਰ ਰਹੇ ਨੇ ਸਾਰੇ। ਤਾਂ ਹੁਣ ਉਹ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਸ਼੍ਰੋਮਣੀ ਕਮੇਟੀ ਦੇ ਵਾਸਤੇ, ਉਹਦੀ ਚੋਣ ਵਾਸਤੇ ਇਟ ਮੀਨ ਜੱਗੇ ਨੂੰ ਉਹਨਾਂ ਦੀ ਵੀ ਫਿਰ ਜਿਹੜੀ ਕੋਈ ਉਹ ਨਹੀਂ ਰਹੂਗੀ ਤਰੀਕਾ ਸ਼੍ਰੋਮਣੀ ਕਮੇਟੀ ਜਾਣ ਦਾ, ਫਿਰ ਉਹ ਅਲੱਗ ਕਮੇਟੀ ਬਣ ਜਾਊਗੀ ਜੀ। ਇਹਦਾ ਇੱਕ ਬਹੁਤ ਬੜਾ ਇੱਕ ਸਿਸਟਮ ਹੈ, ਮਤਲਬ ਹੁਣ ਤੱਕ ਦੀ ਸ਼੍ਰੋਮਣੀ ਕਮੇਟੀ ਨੂੰ ਬੁਨਿਆਦੀ ਡੈਂਟ ਪਿਆ। ਇਦੋਂ ਪਹਿਲਾਂ ਹੀ ਦਿੱਲੀ ਦੀ ਅਲੱਗ ਆਲਰੇਡੀ ਕਮੇਟੀ ਬਣੀ ਹੋਈ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਬਿਲਕੁਲ। ਦਿੱਲੀ ਦੀ ਕਮੇਟੀ ਤਾਂ ਸੀ ਕਿਉਂਕਿ ਉਹ ਪੰਜਾਬ ਤੋਂ ਬਾਹਰ ਸੀ, ਪੰਜਾਬ ਦੇ ਐਕਟ ਦੇ ਅੰਦਰ ਉਹ ਆਈ ਨਹੀਂ, ਉਹਦਾ ਐਕਟ ਪਹਿਲਾਂ ਹੀ ਅਲੱਗ ਬਣਿਆ ਹੋਇਆ ਜੀ। ਔਰ ਹੁਣ ਇਹ ਪੋਲੀਟੀਕਲੀ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਰਾਹੀਂ ਤੇ ਆਪ ਪੋਲੀਟੀਕਲੀ ਵੀ
ਇਹਦੇ ਤੇ ਉਹਨੇ ਰੈਲੀਆਂ ਵੀ ਕੀਤੀਆਂ, ਮੁਜ਼ਾਹਰੇ ਵੀ ਕੀਤੇ, ਤੇ ਹੁਣ ਕੋਰਟ ਦੇ ਵਿੱਚ ਸੀ ਮਾਮਲਾ। ਉਹ ਅਲੱਗ ਗੱਲ ਹੈ ਕਿ ਇਹ ਸਿੱਖ ਕੌਮ ਨੂੰ ਦਫਾੜ ਕਰਨ ਵਾਲਾ ਮਾਮਲਾ। ਅਕਾਲੀ ਦਲ ਦਾ ਵੀ ਇਹ ਸਟੈਂਡ ਸੀ ਜੀ। ਔਰ ਕਦੇ ਅਕਾਲੀ ਦਲ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਕਰਦਾ ਰਿਹਾ। ਇਹ ਮੋਰਚੇ ਦਾ ਵੀ ਮੰਗ ਰਹੀ ਹੈ, ਜਦੋਂ ਧਰਮਯੁੱਧ ਮੋਰਚਾ ਲੱਗਿਆ ਸੀ, ਤੇ ਇਹ ਰਾਜੀਵ ਲੌਂਗੋਵਾਲ ਸਮਝੌਤੇ ਦੌਰਾਨ ਵੀ ਇੱਕ ਮੰਗ ਸੀ ਉਸ ਟਾਈਪ ਦੀ। ਪਰ ਬਾਅਦ ਦੇ ਵਿੱਚ ਅਕਾਲੀ ਦਲ ਇਹ ਤੋਂ ਪਿੱਛੇ ਹਟ ਗਿਆ ਸੀ, ਤੇ ਉਹਨੂੰ ਲੱਗਿਆ ਕਿ ਪੋਲੀਟੀਕਲੀ ਸ਼ਾਇਦ ਪੰਜਾਬ ਦੇ ਸੰਦਰਭ ਵਿੱਚ ਸਾਨੂੰ ਇਹ ਸ਼ੂਟ ਨਾ ਕਰੇ ਗੱਲ ਜੀ। ਤੇ ਇਹਦਾ ਦੋਨੋਂ ਤਰਫਾਂ ਤੋਂ, ਗੁਰਦੁਆਰਾ ਪ੍ਰਬੰਧ ਦੇ ਤਰਫ ਤੋਂ ਤੇ ਅਕਾਲੀ ਦਲ ਦੀ ਮੈਨੇਜਮੈਂਟ ਦੇ ਪੱਖ ਤੋਂ ਬੜਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਔਰ ਇਹਦੇ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਦੀ ਜਿਹੜੀ ਬਣਤਰ ਹੈ ਤੇ ਜਿਹੜੀ ਉਹਦੀ ਚੋਣ ਹੈ, ਉਹਦੀਆਂ ਬਾਕੀ ਚੀਜ਼ਾਂ ਵੀ ਅਲੱਗ ਹੋ ਜਾਣਗੀਆਂ ਜੀ। ਇਹਦੇ ਤੋਂ ਇਲਾਵਾ ਇੱਕ ਹੋਰ ਵੱਡਾ ਸੰਦੇਸ਼ ਇਸ ਸੁਪਰੀਮ ਕੋਰਟ ਦੀ ਜੱਜਮੈਂਟ ਨਾਲ ਚਲਾ ਗਿਆ। ਉਹ ਇਹ ਹੈ ਕਿ ਜੇ ਹਰਿਆਣੇ ਦੀ ਵਿਧਾਨ ਸਭਾ ਕਾਨੂੰਨ ਬਣਾਉਣ ਦਾ ਹੱਕ ਰੱਖਦੀ ਹੈ ਇਸੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਜੀ, ਤਾਂ ਪੰਜਾਬ ਦੀ ਵਿਧਾਨ ਸਭਾ ਦਾ ਵੀ ਫਿਰ ਹੱਕ ਹੈ ਹੀ ਹੈ। ਉਹਦੇ ਕੋਲ ਤਾਂ ਪਹਿਲਾਂ ਹੀ ਉਹਦਾ ਬਣਿਆ ਹੋਇਆ ਸੀ। ਜੇ ਵੱਡੇ ਪੰਜਾਬ 'ਚ ਤਾਂ ਦੇਖੀ ਤਾਂ ਇਹਦਾ ਮਤਲਬ ਹਿਮਾਚਲ ਦਾ ਵੀ ਫਿਰ ਹੱਕ ਹੈ ਵਿਧਾਨ ਸਭਾ ਦਾ। ਹਿਮਾਚਲ ਦੇ ਵਿੱਚ ਵੀ ਤੋਂ ਵੀ ਇੱਕ ਮੈਂਬਰ ਚੁਣ ਕੇ ਆਉਂਦਾ ਸ਼੍ਰੋਮਣੀ ਕਮੇਟੀ 'ਚ, ਤਾਂ ਯੂਟੀ ਦਾ ਵੀ ਹੱਕ ਹੈ, ਯੂਟੀ 'ਚੋਂ ਵੀ ਇੱਕ ਮੈਂਬਰ ਚੁਣ ਕੇ ਜਾਂਦਾ। ਇੱਥੋਂ ਦੇ ਵੀ ਗੁਰਦੁਆਰੇ ਤੇ ਹਿਮਾਚਲ ਦੇ ਵੀ ਇੱਕ ਦੋ ਜਿਹੜੇ ਗੁਰਦੁਆਰੇ ਨੇ ਉਸ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਨੇ, ਤਾਂ ਕੱਲ੍ਹ ਨੂੰ ਉਧਰ ਨੂੰ ਵੀ ਇਹ ਚੀਜ਼ ਜਾ ਸਕਦੀ ਹੈ। ਤਾਂ ਕਿਤੇ ਨਾ ਕਿਤੇ ਇਹ ਉਧਰ ਨੂੰ ਚੀਜ਼ ਜਾਂਦੀ ਹੋਈ ਸਟੇਟਾਂ ਦੇ ਆਪਣੇ ਕਾਨੂੰਨਾਂ ਦੇ ਤਹਿਤ ਬਣੀਆਂ ਗੁਰਦੁਆਰਾ ਕਮੇਟੀਆਂ, ਉਦੋਂ ਬਾਅਦ ਕੋਈ ਅੰਬਰੇਲਾ ਬਾਡੀ ਦੇ ਤੌਰ ਤੇ ਜਿਵੇਂ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਗੱਲ ਸੀ, ਉਹਦੀ ਡਿਬੇਟ, ਉਹਦੀ ਚਰਚਾ ਮੇਰੇ ਖਿਆਲ ਹੈ ਦੁਬਾਰਾ ਸ਼ੁਰੂ ਹੋਣ ਦੇ ਆਸਾਰ ਨੇ ਜੀ। ਔਰ ਹਰਿਆਣੇ ਵਾਲਿਆਂ ਨੇ ਤਾਂ ਬਲਜੀਤ ਸਿੰਘ ਦਾਦੂਵਾਲ ਨੇ, ਬਾਕੀ ਨੇ ਬਹੁਤ ਜ਼ਿਆਦਾ ਸਵਾਗਤ ਕੀਤਾ ਤੇ ਪ੍ਰੇਜ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵੀ ਕੀਤੀ ਹੈ, ਖੱਟਰ ਤੇ ਮਨੋਹਰ ਲਾਲ ਖੱਟਰ ਦੀ ਵੀ ਸਹਿਯੋਗ ਦੇ ਤੌਰ ਤੇ ਕੀਤੀ ਹੈ, ਤੇ ਭੁਪਿੰਦਰ ਹੁੱਡਾ ਵੱਲੋਂ ਬਣਾਏ ਕਾਨੂੰਨ ਦੇ ਤੌਰ ਤੇ ਵੀ ਉਹਦੀ ਵੀ ਕੀਤੀ ਹੈ ਕਿ ਜੀ ਸਾਡੇ ਲਈ ਤਾਂ ਇਹ ਬਹੁਤ ਵਧੀਆ, ਉਹਨਾਂ ਦਾ ਕਹਿਣਾ ਇਹ ਸਿਸਟਮ ਹੈ। ਹੁਣ ਇਹਦੇ ਤੇ ਲਾਜ਼ਮੀ ਹੈ ਕਿ ਭਵਿੱਖ ਦਾ ਐਕਸ਼ਨ ਆਫ ਕੋਰਸ ਆਫ ਐਕਸ਼ਨ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦਾ ਕੀ ਹੁੰਦਾ। ਕਿ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਸੀ, ਸਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਜਿਹੜਾ ਸੋਧ ਕਾਨੂੰਨ ਸੀ ਉਸ ਦਾ ਵਿਰੋਧ ਕਰ ਰਹੀਆਂ ਸੀ, ਤੇ ਇਹ ਮੁੜ ਇੱਕ ਵਾਰ ਫੇਰ ਜਿਹੜਾ ਕਾਨੂੰਨ ਕਹਿ ਲਈਏ ਜਿਹੜਾ ਸੋਧਣ ਲਈ ਲਿਆ ਰਹੇ ਸੀ, ਜਾਂ ਇਸ ਨੂੰ ਬਿਜਲੀ ਐਕਟ ਕਹਿ ਲਈਏ, ਇਹ ਫਿਰ ਇਸ ਨੂੰ ਲੈ ਕੇ ਇੱਕ ਰੌਲਾ ਰੱਪਾ ਸ਼ੁਰੂ ਹੋ ਗਿਆ, ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਅਸੀਂ ਜਾਣਨਾ ਚਾਹਾਂਗੇ ਇਹ ਵਿਵਾਦ ਕੀ ਹੈ, ਪੂਰਾ ਮਸਲਾ ਕੀ ਹੈ। ਅਸਲ ਦੇ ਵਿੱਚ ਲਗਾਤਾਰ ਗੌਰਮੈਂਟ ਆਫ ਇੰਡੀਆ ਬੜੇ ਲੰਬੇ ਸਮੇਂ ਤੋਂ ਤਾਕਤਾਂ ਦਾ ਕੇਂਦਰੀਕਰਨ ਕਰ ਰਹੀ ਹੈ, ਸਾਰੇ ਆਪਣੇ ਹੱਥ 'ਚ ਅਧਿਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਜੀ। ਔਰ ਇਸੇ ਕਰਕੇ ਜਿਹੜੇ ਰਾਜਾਂ ਦੀ ਸੂਚੀ 'ਚ ਵਿਸ਼ੇ ਵੀ ਨੇ, ਉਹਨੂੰ ਇਹ ਲੱਗ ਰਿਹਾ ਕਿ ਇਹਨੂੰ ਵੀ ਸਾਂਝੀ ਸੂਚੀ 'ਚ ਲੈ ਜਾਈਏ ਤਾਂ ਕਿ ਆਪਣੇ ਪ੍ਰਭਾਵ ਨਾਲ ਕਾਨੂੰਨ ਬਣ ਸਕੇ, ਆਪਣੇ ਤਰੀਕੇ ਨਾਲ ਬਣ ਸਕੇ ਜੀ। ਔਰ ਬੜੇ ਪੁਰਾਣੇ ਸਮੇਂ ਤੋਂ ਇਹ ਚੱਲਦਾ ਆ ਰਿਹਾ। ਹੁਣ ਇਹ ਪ੍ਰੋਸੈਸ ਬਹੁਤ ਤੇਜ਼ ਹੋ ਗਿਆ, ਔਰ ਉਹਦੇ 'ਚ ਸਾਰੇ ਕਾਨੂੰਨ ਜਿਹੜੇ ਨੇ, ਚਾਹੇ ਉਹ UAPA ਸੀ, ਚਾਹੇ ਨਾਗਰਿਕ ਸੋਧ ਬਿੱਲ ਸੀ, ਚਾਹੇ ਵੱਖ-ਵੱਖ ਟਾਈਪ ਦੇ ਸੀ, ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨ ਨੇ, ਉਹਦਾ ਇੰਪੈਕਟ ਜਿਹੜਾ ਲਗਾਤਾਰ ਪੈ ਰਿਹਾ ਜੀ। ਜਿਹੜਾ ਬਿਜਲੀ ਐਕਟ 2020 ਸੀ, ਬਿਜਲੀ ਐਕਟ 2020 ਦਾ ਵੱਡੇ ਪੱਧਰ ਤੇ ਵਿਰੋਧ ਹੋਇਆ, ਕਿਸਾਨ ਅੰਦੋਲਨ ਨੇ ਵੀ ਕੀਤਾ ਤੇ ਹੋਰਾਂ ਸੰਸਥਾਵਾਂ ਨੇ, ਬਿਜਲੀ ਬੋਰਡ ਦੇ ਨਾਲ ਜਾਂ ਬਿਜਲੀ ਸੰਸਥਾਵਾਂ ਨਾਲ ਸੰਬੰਧਿਤ ਯੂਨੀਅਨਾਂ ਨੇ ਵੀ ਕੀਤਾ ਜੀ। ਉਹਦੇ ਤੋਂ ਇੱਕ ਵਾਰ ਤਾਂ ਇਹ ਟਲ ਗਿਆ ਸੀ। ਉਸ ਤੋਂ ਬਾਅਦ ਹੁਣ ਇਸ ਵਾਰ ਜਿਹੜਾ ਸੈਸ਼ਨ, ਮਾਨਸੂਨ ਸੈਸ਼ਨ ਗਿਆ ਪਾਰਲੀਮੈਂਟ ਦਾ, ਇਸ ਵਿੱਚ ਵੀ ਗੌਰਮੈਂਟ ਕੇਂਦਰ ਸਰਕਾਰ ਨੇ ਇਹ ਐਕਟ ਲਿਆਂਦਾ ਜੀ, ਕੁਝ ਚੀਜ਼ਾਂ 'ਚ ਸੋਧ ਕਰਕੇ, ਪਰ ਉਹਦਾ ਵੀ ਆਪੋਜੀਸ਼ਨ ਵੱਲੋਂ ਵੀ ਵੱਡੇ ਪੱਧਰ ਤੇ ਵਿਰੋਧ ਹੋਇਆ ਜੀ, ਤੇ ਬਾਹਰ ਜਿਹੜੀ ਜਨਤਕ ਪੱਧਰ ਤੇ ਵੀ ਕਿਸਾਨੀ ਵੱਲੋਂ ਵੀ ਔਰ ਬਾਕੀ ਜਿਹੜੀਆਂ ਨੁਮਾਇੰਦੇ ਸੀਗੇ ਜਥੇਬੰਦੀਆਂ ਦੇ, ਉਹਨਾਂ ਵੱਲੋਂ ਵੀ। ਤਾਂ ਉਹਦੇ ਦਬਾਅ ਹੇਠ ਕੇਂਦਰ ਸਰਕਾਰ ਨੇ ਇਹ ਬਿੱਲ ਜਿਹੜਾ ਸੀ ਬਿਜਲੀ ਕਾਨੂੰਨ ਸੋਧ ਬਿੱਲ 2020 ਵਾਲਾ, ਇਹਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੂੰ ਭੇਜਤਾ। ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜਦੋਂ ਕੋਈ ਬਿੱਲ ਜਾਂਦਾ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਪੂਰੀ ਤਰ੍ਹਾਂ ਉਹਦੇ 'ਤੇ ਗੱਲ ਕਰੇਗੀ, ਸਾਰੀਆਂ ਧਿਰਾਂ ਨੂੰ ਸੁਣੇਗੀ, ਸਾਰੀਆਂ ਧਿਰਾਂ ਨੂੰ ਸੁਣ ਕੇ ਜੋ ਵੀ ਉਹ ਮਹਿਸੂਸ ਕਰਦੀ ਹੈ, ਕਿਉਂਕਿ ਪਾਰਲੀਮੈਂਟ ਦੀ ਜਿਹੜੀ ਸਾਂਝੀ ਕਮੇਟੀ ਹੁੰਦੀ ਹੈ, ਇਹ ਸਟੈਂਡਿੰਗ ਕਮੇਟੀ, ਇਹ 'ਚ ਜਿੰਨੀ ਨੁਮਾਇੰਦਗੀ ਹੈ ਪਾਰਲੀਮੈਂਟ ਦੇ ਵਿੱਚ ਵੱਖ-ਵੱਖ ਧਿਰਾਂ ਦੀ, ਉਹਦੇ ਨੁਮਾਇੰਦੇ ਉਸ ਅਨੁਪਾਤ 'ਚ ਹੁੰਦੇ ਨੇ ਜੀ। ਇਹ ਸਾਰਿਆਂ ਦੀ ਮਤਲਬ ਇੱਕ ਮਿੰਨੀ ਪਾਰਲੀਮੈਂਟ ਦਾ ਇੱਕ ਰੂਪ ਹੁੰਦੀ ਹੈ ਉਸ ਪੱਧਰ ਦੇ ਉੱਤੇ, ਉਹ ਕਮੇਟੀ ਜਿਹੜੀ ਡਿਸਾਈਡ ਕਰਦੀ ਹੈ। ਹੁਣ ਜਦੋਂ ਕਿ ਉਹ ਬਿੱਲ ਅਜੇ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੋਲ ਪਿਆ ਜੀ, ਅਜੇ ਉਹਨੇ ਚਰਚਾ ਕਰਨੀ ਹੈ, ਅਜੇ ਉਹਨੇ ਦੇਖਣਾ ਹੈ ਵੀ ਇਹ ਕਾਨੂੰਨ ਕਿੰਨਾ ਠੀਕ ਹੈ, ਕਿੰਨਾ ਗਲਤ ਹੈ, ਕੀ ਸੋਧਾਂ ਹੋ ਸਕਦੀਆਂ ਨੇ। ਉਹਦੇ ਤੋਂ ਬਿਨਾਂ ਹੀ ਉਹਨੂੰ ਬਿਲਕੁਲ ਦਰਕਨਾਰ ਕਰਕੇ ਕੇਂਦਰ ਸਰਕਾਰ ਲਗਾਤਾਰ ਨਿਯਮਾਂ ਦੇ ਵਿੱਚ ਸੋਧ ਕਰ ਰਹੀ ਹੈ। ਨਿਯਮਾਂ ਦੇ ਵਿੱਚ ਸੋਧ ਕਾਰਜਕਾਰੀ ਇੱਕ ਕੰਮ ਹੈ, ਤੇ ਜਿਹੜੀ ਜ਼ਰੂਰੀ ਨਹੀਂ ਪਾਰਲੀਮੈਂਟ ਦੇ ਵਿੱਚ ਜਾਵੇ, ਗੌਰਮੈਂਟ ਆਪਣੇ ਪੱਧਰ ਤੇ ਡਿਪਾਰਟਮੈਂਟ ਜਾਂ ਮਿਨਿਸਟਰੀ ਕਰ ਰਹੀ ਹੈ। ਹੁਣ ਉਹ ਨਿਯਮਾਂ ਦੇ ਵਿੱਚ ਸੋਧ ਕੀ ਕਰ ਰਹੀ ਹੈ, ਤੇ ਜਿਹੜੇ ਨਿਯਮਾਂ ਦੇ ਵਿੱਚ ਸੋਧ ਕਾਫੀ ਕੀਤੇ ਨੇ, ਦੋ ਵੱਡੇ ਮਾਮਲੇ ਨੇ ਇਹਦੇ 'ਚ।
ਇੱਕ ਤਾਂ ਪਹਿਲਾਂ ਹੀ ਕੀਤਾ ਇਹਨਾਂ ਨੇ ਜਿਹੜਾ BBMB ਦਾ ਮਾਮਲਾ ਸੀ ਜੀ ਬਿਲਕੁਲ। ਉਹਦੇ 'ਚ ਹਰਿਆਣੇ ਦੀ ਸੀਟ ਖਾਲੀ ਪਈ ਹੈ। ਇਹਨਾਂ ਦਾ ਇਰੀਗੇਸ਼ਨ ਵਾਲਾ ਜਿਹੜਾ ਮੈਂਬਰ ਹੈ ਉਹ ਰਿਟਾਇਰ ਹੋ ਗਿਆ ਤੇ ਨਵੀਂ ਭਰੀ ਨਹੀਂ ਜਾ ਰਹੀ, ਪਰ ਹਰਿਆਣਾ ਖਾਮੋਸ਼ ਹੈ, ਕੁਝ ਨਹੀਂ ਬੋਲ ਰਿਹਾ ਹਜੇ ਤੱਕ ਜੀ। 30 ਸਤੰਬਰ ਨੂੰ ਜਿਹੜਾ ਮੈਂਬਰ ਪਾਵਰ ਹੈ ਪੰਜਾਬ ਦਾ ਉਹਨੇ ਰਿਟਾਇਰ ਹੋ ਜਾਣਾ ਹੈ। ਉਹ ਵੀ ਪੋਸਟ ਜੇ ਨਹੀਂ ਭਰੀ ਜਾਂਦੀ ਕਿਉਂਕਿ ਅਜੇ ਤੱਕ ਨਾ ਤਾਂ ਕੋਈ ਐਡ ਆਈ ਹੈ ਨਾ ਕੋਈ ਕੁਛ ਹੋਰ ਹੈ, ਕੱਲਾ ਚੇਅਰਮੈਨ ਰਹਿ ਜਾਏਗਾ ਜੀ। ਕੱਲਾ ਚੇਅਰਮੈਨ ਕੇਂਦਰ ਦਾ ਹੀ ਬੰਦਾ, ਉਹ ਹੋਰ ਵੀ ਬਹੁਤ ਫੈਸਲੇ ਇਹੋ ਜਿਹੇ ਕਰ ਸਕਦਾ ਜਿਹੜੇ ਮਤਲਬ ਪਹਿਲਾਂ ਨਹੀਂ ਹੋਏ। ਇੱਕ ਤਾਂ ਉਹ ਤਾਂ ਪਹਿਲਾਂ ਹੀ ਕੀਤਾ ਜਾ ਰਿਹਾ ਜੀ। ਹੁਣ ਨਵੇਂ ਨਿਯਮਾਂ ਦੇ ਵਿੱਚ ਇੱਕ ਗੱਲ ਇਹ ਸੋਧ ਕੀਤੀ ਹੈ ਪਿੱਛੇ, ਉਹ ਸੋਧ ਇਹ ਕੀਤੀ ਹੈ ਕਿ ਜਿਹੜੇ ਲੇਟ ਪੇਮੈਂਟ ਦਾ ਮਾਮਲਾ ਹੈ ਕਿ ਮੰਨ ਲਓ ਜਿੰਨੀਆਂ ਪ੍ਰਾਈਵੇਟ ਥਰਮਲਾਂ ਦੇ ਨਾਲ ਪ੍ਰਾਈਵੇਟ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਜਿਹੜੀਆਂ ਸੂਬਾ ਸਰਕਾਰਾਂ ਦੇ ਬਿਜਲੀ ਬੋਰਡਾਂ ਜਾਂ ਪਾਵਰਕਾਮ ਦੇ ਸਮਝੌਤੇ ਸੀ ਜੀ, ਇਹਨਾਂ 'ਚ ਫੈਸਲਾ ਕਰਨ ਦਾ ਹੱਕ ਇਹ ਦੋ ਧਿਰਾਂ 'ਚ ਸੀ। ਇਹ ਦੋ ਧਿਰ ਹੀ ਹੈ, ਮਤਲਬ ਜੇ ਤਾਂ ਉਹ ਕੁਝ ਗਲਤ ਕਰ ਰਹੇ ਨੇ ਤਾਂ ਸਰਕਾਰ ਉਹਨਾਂ ਖਿਲਾਫ ਕੁਛ ਐਕਸ਼ਨ ਲੈ ਸਕਦੀ ਹੈ। ਜੇ ਸਰਕਾਰ ਨਹੀਂ ਉਹਨਾਂ ਨਾਲ ਸਮਝੌਤੇ ਤੇ ਪੂਰਾ ਉਤਰਦੀ ਤਾਂ ਉਹ ਕੰਪਨੀਆਂ ਆਪਣੇ ਆਪ ਕੋਈ ਫੈਸਲਾ ਲੈ ਸਕਦੀਆਂ ਨੇ। ਮੰਨ ਲਓ ਮਿਸਾਲ ਇਹ ਹੈ ਕਿ ਜੇਕਰ ਉਹਨਾਂ ਤੋਂ ਬਿਜਲੀ ਲੈ ਲਈ, ਪੰਜਾਬ ਦੀ ਪਾਵਰਕਾਮ ਜਾਂ ਪੰਜਾਬ ਸਰਕਾਰ ਉਹਨੂੰ ਪੇਮੈਂਟ ਨਹੀਂ ਕਰ ਰਹੀ, ਤਾਂ ਸਮਝੌਤੇ 'ਚ ਪਾਵਰ ਪਰਚੇਜ ਐਗਰੀਮੈਂਟ 'ਚ ਲਿਖਿਆ ਹੋਇਆ ਕਿ ਤੁਹਾਨੂੰ 18% ਵਿਆਜ ਨਾਲ ਉਹਨਾਂ ਨੂੰ ਰਕਮ ਦੇਣੀ ਪਏਗੀ ਜੀ। ਔਰ ਜੇ ਗਵਰਨਮੈਂਟ ਇਹ ਮੱਥ ਲੈਂਦੀ ਹੈ ਕਿ ਅਸੀਂ ਤਾਂ ਇਹਨਾਂ ਨਾਲ ਕਰਨਾ ਹੀ ਨਹੀਂ, ਆਪਾਂ ਤਾਂ ਦੇਣਾ ਹੀ ਨਹੀਂ ਹੈ, ਤਾਂ 3 ਸਾਲ ਤੱਕ ਫਿਕਸਡ ਚਾਰਜ ਦੇਣੇ ਪੈਣਗੇ ਗਵਰਨਮੈਂਟ ਨੂੰ ਉਹਨੂੰ, ਜਿਹੜੀ ਉਸ ਪੱਧਰ ਦੇ ਉੱਤੇ, ਤੇ ਉਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਉਸ ਤੋਂ ਬਾਅਦ ਫਿਰ ਉਹ ਸਮਝੌਤਾ ਰੱਦ ਹੁੰਦਾ ਕਿਵੇਂ ਹੁੰਦਾ ਤੇ ਉਹਦੇ ਲਿਹਾਜ਼ ਦੇ ਨਾਲ ਫਿਰ ਇਹ ਦੋਨੋਂ ਤਰ੍ਹਾਂ ਦਾ ਫੈਸਲਾ ਹੋਏਗਾ। ਹੁਣ ਨਿਯਮ ਜਿਹੜਾ ਬਦਲਤਾ ਜੀ, ਉਹ ਨਿਯਮ ਨੇ ਕੇਂਦਰ ਸਰਕਾਰ ਕੋਲ ਇਹ ਤਾਕਤ ਚਲੀ ਗਈ ਹੈ ਬਦਲੇ ਹੋਏ ਨਿਯਮ ਦੇ ਨਾਲ ਕਿ ਜੇ ਤੁਸੀਂ ਪੇਮੈਂਟ ਇੱਕ ਦਿਨ ਵੀ ਲੇਟ ਕਰਦੇ ਹੋ ਜੀ, ਉਹ ਪ੍ਰਾਈਵੇਟ ਕੰਪਨੀ ਦੀ, ਤਾਂ ਕੇਂਦਰੀ ਗ੍ਰਿਡ ਤੋਂ ਉਸੇ ਦਿਨ ਤੁਹਾਡੇ ਸੂਬੇ ਦੀ ਬਿਜਲੀ ਕੱਟੀ ਜਾ ਸਕਦੀ ਹੈ। ਮਤਲਬ ਉਹਦੇ ਕਾਰਪੋਰੇਟ ਦੇ ਉਸ ਕੰਪਨੀ ਦੇ ਹੱਕ 'ਚ ਕੇਂਦਰ ਖੜ ਗਿਆ ਆ ਕੇ ਜੀ। ਤੇ ਜਿਹੜਾ ਕਿ ਲੋਕਾਂ ਦੇ ਤਾਂ ਬਿਜਲੀ ਕੰਪਨੀ ਜਿਹੜੀਆਂ ਸਟੇਟ ਦੀਆਂ ਨੇ ਜਾਂ ਬੋਰਡ ਨੇ ਜਾਂ ਸਰਕਾਰਾਂ ਨੇ ਇਹਦੇ ਖਿਲਾਫ ਖੜ ਗਿਆ ਆ ਕੇ ਜੀ। ਇਹਦਾ ਮਤਲਬ ਇਹ ਹੋ ਗਿਆ ਇੱਕ ਤਾਂ ਰਾਜਾਂ ਦੀ ਪਾਵਰ ਚਲੀ ਗਈ, ਕੇਂਦਰੀਕਰਨ ਹੋ ਗਿਆ। ਬਿਲਕੁਲ। ਦੂਜਾ ਕੇਂਦਰ ਨੇ ਇੱਕ ਡੰਡਾ ਚੱਕ ਲਿਆ ਕਿ ਤੁਸੀਂ ਜੇ ਨਹੀਂ ਕਰੋਗੇ ਤਾਂ ਤੁਹਾਡਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਊਗਾ ਜੀ। ਇਸ ਪੱਧਰ ਦੀ ਤਾਕਤ ਲੈ ਗਏ। ਇਹ ਤਾਕਤ ਬਹੁਤ ਖਤਰਨਾਕ ਤਾਕਤ ਹੈ ਕਿਸੇ ਵੀ ਸੂਬੇ ਲਈ, ਪੰਜਾਬ ਲਈ ਵੀ ਤੇ ਹੋਰਾਂ ਸੂਬਿਆਂ ਲਈ ਵੀ ਜੀ। ਤੇ ਇਕੱਲੇ ਇੱਕ ਸੂਬੇ ਦਾ ਮਾਮਲਾ ਨਹੀਂ ਹੈ। ਦੂਜੀ ਗੱਲ, ਦੂਜਾ ਜਿਹੜਾ ਨਿਯਮ 'ਚ ਤਬਦੀਲੀ ਇਹ ਮਤਲਬ ਕਰਨ ਜਾ ਰਹੇ ਨੇ, ਔਰ ਇਸੇ ਜਿਹੜੇ ਪਹਿਲਾਂ ਵਾਲੇ 'ਚ ਇੱਕ ਗੱਲ ਹੋਰ ਵੀ ਹੈ ਕਿ ਪਹਿਲਾਂ ਸਟੇਟ ਗੌਰਮੈਂਟਾਂ ਪਾਵਰ ਦੀ ਬੈਂਕਿੰਗ ਕਰ ਲੈਂਦੀਆਂ ਸੀ, ਮਤਲਬ ਉਹ ਆਪਣੀ ਬੈਂਕ ਕਿਸੇ ਸੂਬੇ ਨੂੰ ਦੇ ਦਿੰਦੇ ਸੀ ਪਾਵਰ। ਜਦੋਂ ਜਿਵੇਂ ਸਾਡੇ ਸਰਦੀ 'ਚ ਘੱਟ ਸਾਨੂੰ ਚਾਹੀਦੀ ਹੈ, ਅਸੀਂ ਹਿਮਾਚਲ ਨੂੰ ਜਾਂ ਕਿਸੇ ਵੀ ਹੋਰ ਸੂਬੇ ਨੂੰ ਦੇ ਦਿੰਦੇ ਸੀ। ਜਦ ਸਾਨੂੰ ਝੋਨੇ ਦੇ ਸੀਜ਼ਨ 'ਚ ਜ਼ਿਆਦਾ ਚਾਹੀਦੇ ਉਦੋਂ ਅਸੀਂ ਲੈ ਲੈਂਦੇ ਸੀ। ਬਿਲਕੁਲ। ਉਹ ਨਿਯਮ ਦੇ ਤਹਿਤ ਤੁਸੀਂ ਇਹ ਵੀ ਨਹੀਂ ਕਰ ਸਕਦੇ, ਇਹ ਵੀ ਬੰਦ ਕਰਤਾ। ਔਰ ਕੇਂਦਰ ਕਹਿ ਰਹੀ ਹੈ ਕਿ ਸਾਲ ਦਾ ਇੱਕ ਡਾਟਾ ਇੱਕ ਵੰਡ ਦਾ ਇੱਕ ਬਣੂਗਾ ਤਰੀਕਾਕਾਰ, ਉਵੇਂ ਲੈਣੀ ਪਊਗੀ ਲਾਜ਼ਮੀ ਉਨੀ ਬਿਜਲੀ ਹਰ ਮਹੀਨੇ ਹਰ ਦਿਨ ਜਿੰਨੀ ਅਸੀਂ ਤੈਅ ਕਰ ਦਾਂਗੇ। ਤੁਸੀਂ ਨਹੀਂ ਇਹਦੇ 'ਚ ਕੁਝ ਜਿਹੜਾ ਉਸ ਲੈਵਲ ਤੇ ਵਧ ਸਕਦੇ। ਤੇ ਇੱਕ ਹੋਰ ਸੋਧ ਕਰਤੀ ਜਿਹੜੀ ਨਿਯਮ ਦੀ ਅੱਜ ਤੱਕ ਜਿਹੜਾ ਇਸੇ ਐਕਟ ਦੇ ਵਿੱਚ ਵੀ ਦਾ ਵੀ ਵਿਰੋਧ ਕਰ ਰਹੇ ਸੀ ਲੋਕ ਜੀ। ਤੇ 2003 ਦੇ ਬਿਜਲੀ ਐਕਟ ਦੇ ਤਹਿਤ ਵੀ ਹੁਣ ਤੱਕ ਇਹ ਰਾਜ ਸਰਕਾਰ ਨੇ ਫੈਸਲਾ ਕਰਨਾ ਸੀ ਕਾਨੂੰਨ ਰਾਹੀਂ ਜਾਂ ਜਿਹੜੇ ਨਿਯਮ ਬਣਾ ਕੇ ਕਿ ਤੁਹਾਡੀਆਂ ਜਿਹੜੀਆਂ ਵੰਡ ਕੰਪਨੀਆਂ ਨੇ, ਬਿਜਲੀ ਵੰਡ ਕਰਨ ਵਾਲੀਆਂ ਨੇ, ਉਹ ਕੌਣ ਕਿਵੇਂ ਦੀਆਂ ਹੋਣਗੀਆਂ। ਉਹ ਸਰਕਾਰੀ ਖੇਤਰ ਦੀਆਂ ਹੋਣਗੀਆਂ, ਉਹ ਪ੍ਰਾਈਵੇਟ ਖੇਤਰ ਨੂੰ ਕਿੰਨਾ ਜਗ੍ਹਾ ਦੇਣੀ ਹੈ, ਔਰ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਦੇ ਵਿੱਚ NOC ਕਿਵੇਂ ਦੇਣਾ, ਉਹਨਾਂ ਨੇ ਕਿਸ ਤਰੀਕੇ ਨਾਲ ਕੰਮ ਕਰਨਾ ਜੀ। ਹੁਣ ਬਦਲੇ ਹੋਏ ਨਿਯਮ ਦੇ ਵਿੱਚ ਸਰਕਾਰ ਕਿਧਰੇ ਉਡਾਤੀ ਇਹਨਾਂ ਨੇ ਸਟੇਟ ਦੀ, ਪਾਵਰਕਾਮ ਕਿਧਰੇ ਉਡਾਤੀ, ਔਰ ਲਗਾਤਾਰ ਇਹਨਾਂ ਨੇ ਇਹ ਕਰਤਾ ਕਿ ਕੋਈ ਵੀ ਪ੍ਰਾਈਵੇਟ ਕੰਪਨੀ ਜੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਵੀ ਠੇਕਾ ਲੈ ਸਕਦੀ ਹੈ ਪ੍ਰਾਈਵੇਟਲੀ ਵੰਡ ਦਾ ਕਿ ਮੈਂ ਇੰਨੇ 'ਚ ਮੈਨੂੰ ਦੇ ਦਿਓ, ਬਾਕੀ ਚਾਹੇ ਤੁਸੀਂ ਆਪਣਾ ਰੱਖੋ ਜੀ। ਤੁਸੀਂ ਨਾਲ ਲੱਗਦੇ 3 ਜ਼ਿਲ੍ਹਿਆਂ ਦਾ ਵੀ ਠੇਕਾ ਲੈ ਸਕਦੇ ਹੋ ਕਿਸੇ ਨੂੰ, ਪਰ ਉਹਦੇ 'ਚ ਨਿਯਮ ਬਣ ਗਿਆ ਤਾਂ ਸਰਕਾਰ ਜਦੋਂ ਅਪਲਾਈ ਕਰੇਗੀ ਤਾਂ ਸਰਕਾਰ ਉਹਨੂੰ ਮਨਾ ਨਹੀਂ ਕਰ ਸਕਦੀ। ਤੁਸੀਂ ਮਜਬੂਰ ਕਰਤੇ ਹੋ ਇਸ ਮਾਮਲੇ ਦੇ ਵਿੱਚ। ਤੇ ਇਹਦੇ ਸਭ ਤੋਂ ਬੜੀ ਗੱਲ ਜਿਹੜਾ ਧੋਖਾ ਜਾਂ ਗੈਰ ਕਾਨੂੰਨੀ ਗੱਲ ਹੋ ਰਹੀ ਹੈ ਜੀ, ਇੱਕ ਗੱਲ ਤਾਂ ਇਹ ਹੋ ਰਹੀ ਹੈ ਕਿ ਤਾਕਤਾਂ ਦਾ ਕੇਂਦਰੀਕਰਨ, ਦੂਜੀ ਗੱਲ ਇਹ ਹੋ ਰਹੀ ਹੈ ਕਿ ਬਿਜਲੀ ਖੇਤਰ ਦਾ ਟੋਟਲੀ ਨਿੱਜੀਕਰਨ ਹੈ। ਤੇ ਗੈਰ ਕਾਨੂੰਨੀ ਗੱਲ ਇਹਦੇ ਨਾਲ ਜੋੜ ਕੇ ਕੀ ਹੋ ਰਹੀ ਹੈ, ਉਹ ਇਹ ਹੋ ਰਹੀ ਹੈ ਕਿ ਹੁਣ ਜਿਹੜਾ ਸੈਂਟਰਲ ਰੈਗੂਲੇਟਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ ਜੀ, ਜਿਹੜਾ ਵੀ ਕਾਨੂੰਨ ਦੇ ਵਿੱਚ ਕੋਈ ਸੋਧ ਜਾਂ ਨਿਯਮ 'ਚ ਸੋਧ ਕਰਨੀ ਹੈ, ਜਿਵੇਂ ਸੂਬਾ ਸਰਕਾਰ ਕੋਈ ਆਪਣੇ ਪੱਧਰ ਤੇ ਨਿਯਮ ਕਰਨਾ ਚਾਹੇ ਜਾਂ ਕਿਤੇ ਐਗਰੀਮੈਂਟ ਕਰਨਾ ਚਾਹੇ
ਤਾਂ ਪੰਜਾਬ ਦੇ ਬਿਜਲੀ ਰੈਗੂਲੇਟਰੀ ਐਕਟ ਦੇ ਨਾਲ ਸਾਂਝਾ ਕਰਨਾ ਤੇ ਉਹਦੀ ਸਿਫਾਰਸ਼ ਲੈਣਾ ਜ਼ਰੂਰੀ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਕੇਂਦਰ ਦੀ ਸਰਕਾਰ ਜੇਕਰ ਇਹ ਕਰਦੀ ਹੈ ਤਾਂ ਉਹਨੂੰ ਸੈਂਟਰਲ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ ਰਾਏ ਲੈਣੀ ਜ਼ਰੂਰੀ ਹੈ, ਪਰਮਿਸ਼ਨ। ਜੀ ਸੈਂਟਰਲ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਤੁਸੀਂ ਜਿਹੜੇ ਇਹ ਨਿਯਮਾਂ ਦੇ ਵਿੱਚ ਸੋਧ ਕਰ ਰਹੇ ਹੋ, ਇਹ ਨਿਯਮ ਅਸਲ ਦੇ ਵਿੱਚ ਕਾਨੂੰਨ ਦੇ ਵਿੱਚ ਸੋਧ ਕਰਨਾ ਵਰਗੇ ਨੇ। ਜੀ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਹੱਕ ਕਾਰਜਪਾਲਿਕਾ ਨੂੰ ਜਾਂ ਕਿਸੇ ਕਮਿਸ਼ਨ ਨੂੰ ਨਹੀਂ ਹੈ। ਇਹ ਸੋਧ ਕਰਨ ਦਾ ਹੱਕ ਕੇਵਲ ਪਾਰਲੀਮੈਂਟ ਨੂੰ ਹੈ। ਜੀ ਬਿਲਕੁਲ। ਤੁਸੀਂ ਪਾਰਲੀਮੈਂਟ ਦੇ ਰਾਹੀਂ ਆਓ, ਇਹ ਕੰਮ ਨਾ ਕਰੋ। ਜੀ ਪਰ ਕੇਂਦਰ ਸਰਕਾਰ ਨੇ ਉਹਦਾ ਵੀ ਉਡਾਤੀਆਂ ਸਿਫਾਰਸ਼ਾਂ। ਮਤਲਬ ਫਿਰ ਕਾਨੂੰਨ ਦਾ ਕਈ ਰਹਿ ਗਿਆ, ਕੇਂਦਰ ਦੀ ਤੇ ਪਾਰਲੀਮੈਂਟ ਦੀ ਕੀ ਬੁੱਕਤ ਰਹਿ ਗਈ। ਜੇਕਰ ਉਹ ਸਟੈਂਡਿੰਗ ਕਮੇਟੀ ਕੋਲ ਬਿੱਲ ਪਿਆ, ਪਾਰਲੀਮੈਂਟ ਉਦੋਂ ਬਾਅਦ ਪਾਸ ਕਰੇ ਨਾ ਕਰੇ, ਤੇ ਹੁਣ ਜਾ ਕੇ ਤੁਸੀਂ ਤਾਂ ਉਹ ਲਾਗੂ ਕਰਤਾ, ਤੁਸੀਂ ਤਾਂ ਫੈਸਲੇ ਸਾਰੇ ਲਾਗੂ ਕਰਤੇ, ਬਿੱਲ ਤਾਂ ਲਾਗੂ ਹੋ ਗਿਆ। ਜੀ ਇਹਦਾ ਮਤਲਬ ਪਾਰਲੀਮੈਂਟ ਦੀ ਵੀ ਤੋਹੀਨ ਹੈ, ਪਾਰਲੀਮੈਂਟ ਦੀ ਅਣਦੇਖੀ ਹੈ ਤੇ ਲੋਕਤੰਤਰ ਦੀ ਟੋਟਲ ਅਣਦੇਖੀ ਹੈ। ਤੇ ਇਸ ਕਰਕੇ ਗੈਰ ਕਾਨੂੰਨੀ ਤਰੀਕੇ ਨੂੰ ਲਗਾਤਾਰ ਦੱਬੀ ਜਾ ਰਹੀ ਹੈ ਕੇਂਦਰ ਸਰਕਾਰ ਆਪਣੇ ਦੋਸਤਾਂ ਦੀ ਫਾਇਦੇ ਦੇ ਵਾਸਤੇ, ਕਾਰਪੋਰੇਟ ਘਰਾਣਿਆਂ ਦੇ, ਕੁਝ ਖਾਸ ਲੋਕਾਂ ਦੇ। ਜੀ। ਤੇ ਇਹਦੇ ਨਾਲ ਲੋਕਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦੇ ਰੇਟਾਂ ਦੇ ਮਾਮਲੇ ਦੇ ਵਿੱਚ, ਬਿਜਲੀ ਕੱਟਾਂ ਦੇ ਮਾਮਲੇ ਦੇ ਵਿੱਚ, ਔਰ ਗੌਰਮੈਂਟਾਂ ਦੇ ਫੈਸਲੇ ਜਿਹੜੇ ਸਟੇਟਾਂ ਦੇ ਨੇ ਤੇ ਪਾਵਰਕਾਮ ਦੇ ਨੇ, ਉਸ ਮਾਮਲੇ ਦੇ ਵਿੱਚ ਬਹੁਤ ਵੱਡਾ ਸੰਕਟ ਆਉਣ ਵਾਲਾ ਹੈ। ਜੀ ਤੇ ਕੇਂਦਰ ਸਰਕਾਰ ਆਪਣੀ ਮਨਮਾਨੀ ਨਹੀਂ ਜਦੋਂ ਚਲਾਏਗੀ ਤਾਂ ਇਹਦਾ ਖਪਤਕਾਰਾਂ ਤੇ ਵੀ, ਸੂਬਾ ਸਰਕਾਰਾਂ ਤੇ ਵੀ, ਰਾਜਾਂ ਦੀ ਪਾਵਰਕਾਮ ਤੇ ਵੀ, ਉਹਦੇ ਚੱਲਣ ਤੇ ਵੀ ਬੇਹੱਦ ਮਾੜਾ ਪ੍ਰਭਾਵ ਪੈਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ। ਜਦੋਂ ਲੋਕਾਂ ਨੂੰ ਪਤਾ ਲੱਗੂਗਾ ਤਦ ਤੱਕ ਸ਼ਾਇਦ ਭੱਥੇ 'ਚੋਂ ਤੀਰ ਸੁੱਟ ਚੁੱਕੇ ਆ ਤੇ ਬਹੁਤ ਲੰਮਾ ਨੁਕਸਾਨ ਕਰ ਸਕਦਾ। ਔਰ ਇਹਦੇ 'ਤੇ ਗੰਭੀਰਤਾ ਨਾਲ ਗੱਲ ਹੋਣੀ ਚਾਹੀਦੀ ਹੈ। ਗੰਭੀਰਤਾ ਨਾਲ ਗੱਲ ਹੋ ਕੇ ਇੱਕ ਆਵਾਜ਼ ਉੱਠਣੀ ਚਾਹੀਦੀ ਹੈ ਪੂਰੇ ਦੇਸ਼ ਦੇ ਵੱਖ-ਵੱਖ ਸਰਕਾਰਾਂ ਵੱਲੋਂ, ਪਾਵਰਕਾਮ ਵੱਲੋਂ, ਖਪਤਕਾਰਾਂ ਵੱਲੋਂ, ਤਾਂ ਕਿ ਕੇਂਦਰ ਸਰਕਾਰ ਨੂੰ ਇਹ ਜਿਹੜੇ ਗੈਰ ਕਾਨੂੰਨੀ ਤਰੀਕਾਕਾਰ ਦੇ ਨਿਯਮ ਨੇ ਉਹ ਵਾਪਸ ਲੈਣੇ ਪੈਣ ਤੇ ਪਾਰਲੀਮੈਂਟ 'ਚ ਚਰਚਾ ਤੋਂ ਬਾਅਦ ਹੀ ਕੋਈ ਕਾਨੂੰਨ 'ਚ ਜੇ ਸੋਧ ਹੁੰਦੀ ਹੈ ਜਾਂ ਬਾਕੀ ਹੁੰਦੀਆਂ ਨੇ ਉਹ ਤੋਂ ਬਾਅਦ ਕਰਨੀ ਪਵੇ। ਜੀ ਹਮੀਰ ਜੀ, ਵੱਡਾ ਸਵਾਲ ਇਹ ਉੱਠਦਾ ਵੀ ਕਿ ਜਦੋਂ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਕੁਚਲ ਰਹੀ ਹੈ, ਉਹਨਾਂ ਦਾ ਕੇਂਦਰੀਕਰਨ ਕਰੀ ਜਾ ਰਹੀ ਹੈ, ਤਾਂ ਮੌਜੂਦਾ ਸਮੇਂ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਸਿਆਸੀ ਪਾਰਟੀਆਂ ਦੀ, ਤਾਂ ਉਹਨਾਂ ਦਾ ਸਟੈਂਡ ਕਿਸ ਤਰ੍ਹਾਂ ਦਾ ਰਹਿ ਰਿਹਾ ਵੀ ਕਿ ਇਸ ਮੁੱਦੇ ਤੇ? ਅਸਲ ਦੇ ਵਿੱਚ ਇਹ ਹੈ ਕਿ ਕੁਝ ਮੁੱਦਿਆਂ ਤੇ ਲੋਕ ਲੜ ਰਹੇ ਨੇ, ਕੁਝ ਸਰਕਾਰਾਂ, ਜਿਵੇਂ ਨੀਟ ਦਾ ਪੇਪਰ ਆਇਆ ਸੀਗਾ PMT ਦੇ ਮਾਮਲਿਆਂ ਦੇ ਵਿੱਚ, ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਅਸੀਂ ਆਪਣਾ ਲਵਾਂਗੇ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਪਾਸ ਕੀਤਾ, ਕਾਨੂੰਨ ਵੀ ਪਾਸ ਕੀਤਾ। ਜੀ ਕੁਝ ਗੱਲਾਂ ਤੇ ਪੱਛਮੀ ਬੰਗਾਲ ਕਾਨੂੰਨ ਪਾਸ ਕਰ ਰਿਹਾ ਹੈ, ਕੁਝ ਗੱਲਾਂ ਤੇ ਤੇਲੰਗਾਨਾ ਨੇ ਕੀਤਾ, ਪਰ ਪੰਜਾਬ ਤੇ ਬਹੁਤ ਪਿੱਛੇ ਹੈ। ਤੇ ਇਹਨਾਂ ਸਾਰੀਆਂ ਗੱਲਾਂ ਤੇ ਸਾਰੇ ਸੂਬੇ ਪਿੱਛੇ ਨੇ, ਜੀ ਚਾਹੇ ਉਹ GST ਦਾ ਮਾਮਲਾ ਜਿੰਨੇ ਮਰਜ਼ੀ ਨੇ। ਔਰ ਸੂਬਾ ਸਰਕਾਰਾਂ ਕੱਲੀਆਂ ਨੇ, ਇੱਕ ਤਾਂ ਸੂਬਾ ਸਰਕਾਰਾਂ ਇਕੱਠੀਆਂ ਹੋ ਕੇ ਆਪਣੇ ਹੱਕਾਂ ਦੇ ਲਈ, ਫੈਡਰਲ ਹੱਕਾਂ ਦੇ ਲਈ, ਜਿਹੜੀ ਇਹ ਗੱਲ ਹੈ ਕਿ ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ ਤੇ ਫੈਡਰਲਿਜ਼ਮ ਦੇ ਪੱਖ 'ਚ ਅਜੇ ਓਡੀ ਮਜ਼ਬੂਤੀ ਨਾਲ ਘੱਟੋ ਘੱਟ ਏਜੰਡੇ ਤੇ ਕੋਈ ਚਰਚਾ ਕਰਨੀ, ਸੰਵਾਦ ਰਚਾਉਣਾ ਤੇ ਉਹਦੇ ਤੇ ਕੋਈ ਐਕਸ਼ਨ ਲੈਣਾ, ਉਹਦੇ ਲਈ ਬਹੁਤੀਆਂ ਤਿਆਰ ਨਜ਼ਰ ਦਿਖਾਈ ਨਹੀਂ ਦੇ ਰਹੀਆਂ। ਜੀ ਤੇ ਜੇਕਰ ਇਹ ਨਹੀਂ ਹੁੰਦਾ ਤੇ ਇਹਦੇ ਨਾਲ ਬਹੁਤ ਵੱਡੇ ਪੱਧਰ ਤੇ ਰਾਜਾਂ ਦਾ ਤੇ ਲੋਕਾਂ ਦਾ, ਉਹਨਾਂ ਦਾ ਨੁਕਸਾਨ ਹੋਣਾ ਹੈ। ਤੇ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਉਹਨਾਂ ਨੂੰ ਇਹ ਸਮਝ ਕਿੰਨੀ ਆਉਂਦੀ ਹੈ ਜਾਂ ਨਹੀਂ। ਔਰ ਮੇਰੀ ਜਾਣਕਾਰੀ ਦੇ ਮੁਤਾਬਕ ਆ ਕੁਝ ਮਾਮਲਿਆਂ ਦੇ ਵਿੱਚ ਜਿਹੜੇ ਕੇਂਦਰੀਕਰਨ ਦੇ ਮਾਮਲੇ ਨੇ, ਪਾਵਰਕਾਮ ਨੇ ਪੰਜਾਬ ਸਰਕਾਰ ਨੂੰ ਪਰਮਿਸ਼ਨ ਦੇ ਲਈ ਵੀ ਲਿਖਿਆ ਕਿ ਇਹਦੇ ਖਿਲਾਫ ਸਾਨੂੰ ਅਦਾਲਤ 'ਚ ਵੀ ਜਾਣਾ ਚਾਹੀਦਾ, ਇਹਦੇ ਖਿਲਾਫ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਹਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ। ਜੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੋਲੀਟੀਕਲ ਇਸ਼ੂ ਵੀ ਹੁੰਦੇ ਨੇ, ਕਿਤੇ ਅਸੀਂ ਸਟੈਂਡ ਲੈ ਲਈਏ ਤੇ ਸਰਕਾਰ ਕਹੇ ਕਿਉਂ ਨਹੀਂ ਲੈਣੇ ਜਾਂ ਲੈ ਲੈਣੇ ਜਾਂ ਨਹੀਂ। ਇਸ ਲਈ ਹੁਣ ਇਹ ਪੰਜਾਬ ਦੀ ਸਰਕਾਰ ਹੋਵੇ ਜਾਂ ਜਿਹੜੀ ਮਰਜ਼ੀ ਸੂਬੇ ਦੀ ਸਰਕਾਰ ਹੋਵੇ, ਜੀ ਉਹਨਾਂ ਸਾਰੀਆਂ ਦੇ ਲਈ ਇੱਕ ਟੈਸਟ ਕੇਸ ਨੇ ਕਿ ਕੀ ਤੁਸੀਂ ਦੇਸ਼ ਦੇ ਵਿੱਚ ਸੰਵਿਧਾਨ ਔਰ ਕਾਨੂੰਨ ਦਾ ਰਾਜ ਜੀ ਤੇ ਲੋਕਾਂ ਦੇ ਹਿੱਤ ਦੀ ਗੱਲ ਕਰਨਾ ਚਾਹੁੰਦੇ ਹੋ, ਜਾਂ ਜਿਹੜਾ ਤਕੜੇ ਦਾ ਸੱਤੇ ਵੀ ਸੰਵਿਧਾਨ ਕਾਨੂੰਨ ਜਿੱਧਰ ਜਾਂਦਾ ਜਾਵੇ, ਆਪਾਂ ਨਹੀਂ ਬੋਲਣਾ, ਜਿੰਨਾ ਕੁ ਆਪਾਂ ਕੰਮ ਚਲਾਉਣਾ ਆਪਣੇ 5 ਸਾਲ ਕੱਢਣੇ ਨੇ। ਜੀ ਜੇ ਉਸ ਰਫਤਾਰ ਨਾਲ, ਉਸ ਵਿਵਹਾਰ ਨਾਲ ਚੱਲਣਾ ਤਾਂ ਇੱਕ ਅਲੱਗ ਗੱਲ ਹੈ। ਇਸ ਕਰਕੇ ਬਹੁਤ ਟਰਨਿੰਗ ਪੁਆਇੰਟ ਹੈ, ਕਰੂਸ਼ਲ ਸਵਾਲ ਹੈ। ਇਹਨਾਂ ਸਵਾਲਾਂ ਤੇ ਸੂਬਿਆਂ ਦੀਆਂ ਸਰਕਾਰਾਂ ਤੇ ਲੋਕਾਂ ਨੂੰ ਬੋਲਣਾ ਚਾਹੀਦਾ ਔਰ ਬੋਲ ਕੇ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਦੀ ਲੋੜ ਹੈ ਤਾਂ ਕਿ ਕੇਂਦਰ ਸਰਕਾਰ ਦੀ ਇਹ ਮਨਮਾਨੀ ਦੇ ਨਾਲ ਸਧਾਰਨ ਤੇ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ